ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡਾ ਮਾਰਗ ਦਰਸ਼ਨ ਕਰਦੇ ਨੇ। ਭਾਵ ਸਾਨੂੰ ਉਸ ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਦੇ ਨੇ ਕਿ ਤੁਸੀਂ ਉਸ ਪਰਮਾਤਮਾ ਨੂੰ ਕਿਵੇਂ ਮਿਲਣਾ ਹੈ। ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ ਕਿ ਜਦੋਂ ਤੁਸੀਂ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਤੁਰਦੇ ਹੋ ਔਰ ਤੁਹਾਡੇ ਵਿੱਚ ਤੇ ਪਰਮਾਤਮਾ ਦੇ ਵਿੱਚ ਇੱਕ ਪਰਦਾ ਪੈ ਗਿਆ ਹੈ, ਜਿਹੜਾ ਪਰਦਾ ਤੁਹਾਨੂੰ ਦੂਰ ਨਹੀਂ ਕਰਨਾ ਆਉਂਦਾ। ਉਸ ਪਰਦੇ ਨੂੰ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਮਹਾਰਾਜ ਕਹਿੰਦੇ ਵੀ ਜਿਹੜਾ ਇਹ ਕੂੜ ਦੀ ਪਾਲ, ਜਿਹੜੀ ਕੂੜ ਦੀ ਦੀਵਾਰ ਬਣ ਗਈ ਹੈ ਸਾਡੇ ਵਿੱਚ ਤੇ ਪਰਮਾਤਮਾ ਦੇ ਵਿੱਚ, ਇਸ ਦੀਵਾਰ ਨੂੰ ਕਿਵੇਂ ਤੋੜਿਆ ਜਾਂਦਾ ਹੈ, ਕਿਵੇਂ ਤੋੜਾਂਗੇ ਇਸ ਦੀਵਾਰ ਨੂੰ। ਤੇ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ ਕਿ ਇਹ ਦੀਵਾਰ ਤਾਂ ਟੁੱਟੇਗੀ ਜੇ ਤੁਸੀਂ ਗੁਰੂ ਦੀ ਸ਼ਰਨ ਵਿੱਚ ਜਾਓਗੇ। ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ, ਇਹ ਦੀਵਾਰ ਜਿਹੜੀ ਹੈ ਇਹ ਟੁੱਟ ਨਹੀਂ ਸਕਦੀ, ਕਿਉਂਕਿ ਇਹ ਗੁਰੂ ਹੀ ਦੀਵਾਰ ਤੋੜ ਸਕਦਾ ਹੈ। ਅਸੀਂ ਆਪ ਇਹ ਦੀਵਾਰ ਨਹੀਂ ਤੋੜ ਸਕਦੇ। ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ ਕਿ ਗੁਰ ਮਿਲ ਜੀਤਾ ਹਰ ਹਰ ਕੀਤਾ, ਟੂਟੀ ਭੀਤਾ ਪਰਮ ਗੜਾ। ਵੀ ਜਦੋਂ ਆਪਾਂ ਗੁਰੂ ਨੂੰ ਮਿਲੇ, ਗੁਰੂ ਦੀ ਸ਼ਰਨ ਵਿੱਚ ਗਏ, ਭਾਵ ਕਿ ਅਸੀਂ ਗੁਰੂ ਵਾਲੇ ਬਣੇ ਤੇ ਗੁਰਮੁਖ ਪਿਆਰਿਓ, ਉਦੋਂ ਜਿਹੜੀ ਹੈ ਇਹ ਕੂੜ ਦੀ ਪਾਲ ਜਿਹੜੀ ਹੈ, ਕੂੜ ਦੀ ਦੀਵਾਰ ਟੁੱਟੀ ਜਦੋਂ ਮਹਾਰਾਜ ਨੇ ਸਾਡਾ ਭਰਮ ਦੂਰ ਕੀਤਾ। ਉਹ ਜਿਹੜਾ ਪਰਦਾ ਸੀ ਉਹ ਜਦੋਂ ਦੂਰ ਕੀਤਾ, ਉਹ ਤਾਂ ਦੂਰ ਹੋਇਆ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਗਏ। ਗੁਰੂ ਦੀ ਸ਼ਰਨ ਵਿੱਚ ਜਾਣ ਤੋਂ ਭਾਵ ਕਿ ਗੁਰੂ ਧਾਰਨ ਕਰਨਾ, ਜ਼ਿੰਦਗੀ ਦੇ ਵਿੱਚ ਗੁਰੂ ਬਣਾਉਣਾ ਬਹੁਤ ਜ਼ਰੂਰੀ ਹੈ। ਜੇ ਆਪਾਂ ਜ਼ਿੰਦਗੀ ਦੇ ਵਿੱਚ ਗੁਰੂ ਨਹੀਂ ਬਣਾਉਂਦੇ ਤੇ ਗੁਰਮੁਖੋ ਆਪਾਂ ਜਨਮ ਜਿਹੜਾ ਹੈ ਆਪਣਾ ਵਿਅਰਥ ਹੀ ਗਵਾ ਕੇ ਚਲੇ ਜਾਵਾਂਗੇ। ਸਾਨੂੰ ਇਹ ਜਨਮ ਜਿਹੜਾ ਮਿਲਿਆ ਹੈ ਇਹ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ, ਤੇ ਪਰਮਾਤਮਾ ਨੂੰ ਅਸੀਂ ਤਾਂ ਮਿਲ ਸਕਦੇ ਹਾਂ ਜੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਹੋਏਗਾ। ਜੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਨਹੀਂ ਹੈ, ਫਿਰ ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਕਿਉਂਕਿ ਪਰਮਾਤਮਾ ਨੂੰ ਉਹ ਇਨਸਾਨ ਮਿਲਾ ਸਕਦਾ ਜਿਹੜਾ ਆਪ ਮਿਲਿਆ ਹੈ। ਤੇ ਗੁਰਮੁਖ ਪਿਆਰੋ, ਗੁਰੂ ਜਿਹੜਾ ਹੈ ਪਰਮਾਤਮਾ ਨੂੰ ਮਿਲਿਆ ਹੋਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਕੂੜ ਦੀ ਪਾਲ ਹੈ, ਕੂੜ ਦੀ ਦੀਵਾਰ ਜਿਹੜੀ ਤੁਹਾਡੇ ਵਿੱਚ ਤੇ ਪਰਮਾਤਮਾ ਦੇ ਵਿੱਚ ਖੜੀ ਹੋ ਗਈ ਹੈ, ਇਸ ਦੀਵਾਰ ਨੂੰ ਤੋੜ ਸਕਦਾ ਹੈ ਗੁਰੂ। ਕਿਉਂਕਿ ਗੁਰੂ ਦੇ ਵਿੱਚ ਉਹ ਪਾਵਰ ਹੈ, ਉਹ ਸ਼ਕਤੀ ਹੈ ਗੁਰੂ ਵਿੱਚ, ਜਿਹੜੀ ਇਹ ਦੀਵਾਰ ਨੂੰ ਤੋੜ ਸਕਦਾ ਹੈ। ਅਸੀਂ ਬਹੁਤ ਸਾਰੇ ਜੀਵ ਹਾਂ ਜਿਹੜੇ ਸੋਚਦੇ ਆ ਵੀ ਗੁਰੂ ਧਾਰਨ ਕਰਨ ਦਾ ਤੇ ਕੀ ਫਾਇਦਾ ਹੈ, ਸਾਡੀ ਜ਼ਿੰਦਗੀ ਦੇ ਵੈਸੇ ਹੀ ਚੰਗੀ ਚੱਲ ਰਹੀ ਹੈ, ਗੁਰੂ ਧਾਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ। ਕਿਉਂਕਿ ਗੁਰੂ ਧਾਰਨ ਅਸੀਂ ਤਾਂ ਨਹੀਂ ਕਰਦੇ ਕਿਉਂਕਿ ਗੁਰੂ ਧਾਰਨ ਦੇ ਵਿੱਚ ਬੰਦਸ਼ਾਂ ਨੇ, ਕਿਉਂਕਿ ਉਸ ਦੇ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਪੈਂਦਾ ਹੈ। ਇਸ ਕਰਕੇ ਅਸੀਂ ਗੁਰੂ ਧਾਰਨ ਨਹੀਂ ਕਰਦੇ। ਤੇ ਗੁਰਮੁਖ ਪਿਆਰਿਓ, ਜਿੰਨਾ ਚਿਰ ਆਪਾਂ ਗੁਰੂ ਧਾਰਨ ਨਹੀਂ ਕਰਾਂਗੇ ਉਹਨਾਂ ਚਿਰ ਅਸੀਂ ਪ੍ਰਮਾਤਮਾ ਨੂੰ ਮਿਲ ਨਹੀਂ ਸਕਦੇ। ਉਹਨਾਂ ਚਿਰ ਇਹ ਕੂੜ ਦੀ ਪਾਲ ਟੁੱਟ ਨਹੀਂ ਸਕਦੀ ਜਿੰਨਾ ਚਿਰ ਆਪਾਂ ਗੁਰੂ ਨਹੀਂ ਧਾਰਨ ਕਰਦੇ। ਇਸ ਕਰਕੇ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਇਸ ਸੰਸਾਰ ਦੇ ਉੱਪਰ ਆਏ ਹੋ, ਕਮ ਸੇ ਕਮ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਜ਼ਰੂਰ ਕਰੋ। ਗੁਰੂ ਧਾਰਨ ਕਰਕੇ ਉਸ ਪਰਮਾਤਮਾ ਦਾ ਭੇਦ ਲੈ ਕੇ ਉਸ ਪਰਮਾਤਮਾ ਨੂੰ ਮਿਲਣਾ ਹੈ, ਤਾਂ ਜੋ ਆਪਣਾ ਇਹ ਜਨਮ ਮਰਨ ਦਾ ਚੱਕਰ ਜਿਹੜਾ ਹੈ ਇਹ ਖਤਮ ਹੋ ਜਾਵੇ। ਸਾਨੂੰ ਬਾਰ-ਬਾਰ ਇਸ ਸੰਸਾਰ ਦੇ ਉੱਪਰ ਆਉਣਾ ਨਾ ਪਵੇ। ਗੁਰਮੁਖ ਪਿਆਰਿਓ, ਸਭ ਤੋਂ ਵੱਡਾ ਗੁਰਬਾਣੀ ਦੁੱਖ ਇਹੋ ਮੰਨਦੀ ਹੈ ਜਿਹੜਾ ਬਾਰ-ਬਾਰ ਦਾ ਜਨਮ ਹੈ। ਜਿੰਨਾ ਚਿਰ ਸਾਡਾ ਬਾਰ-ਬਾਰ ਦਾ ਜਨਮ ਨਹੀਂ ਖਤਮ ਹੁੰਦਾ, ਅਸੀਂ ਜੂਨਾਂ ਦੇ ਵਿੱਚ ਭਟਕਦੇ ਫਿਰਾਂਗੇ। ਕਿਉਂਕਿ ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਦੱਸਦੇ ਆ ਕਿ ਅੱਗੇ ਤੁਸੀਂ ਕਈ ਯੁੱਗ ਜਿਹੜੇ ਆ ਉਹ ਹਾਰ ਕੇ ਆਏ ਹੋ, ਤੇ ਜਿੰਨਾ ਚਿਰ ਅਸੀਂ ਬਾਰ-ਬਾਰ ਜਨਮ ਲੈਂਦੇ ਰਵਾਂਗੇ ਤੇ ਅਸੀਂ ਜੂਨਾਂ ਦੇ ਵਿੱਚ ਹੀ ਜਾਂਦੇ ਰਵਾਂਗੇ। ਅੱਗੇ ਆਪਾਂ ਨੂੰ 4 ਯੁੱਗ ਹੋ ਗਏ ਨੇ ਇਸ ਸੰਸਾਰ ਦੇ ਵਿੱਚ, ਆਪਾਂ ਜੂਨਾਂ ਦੇ ਵਿੱਚ ਫਿਰਦਿਆਂ ਨੂੰ।
ਇਹ ਕਲਯੁਗ ਦੇ ਵਿੱਚ ਹੁਣ ਚੌਥਾ ਯੁੱਗ ਆਪਾਂ ਨੂੰ ਸ਼ੁਰੂ ਹੋ ਗਿਆ ਹੈ ਉਸ ਮਾਲਕ ਦੇ ਨਾਲੋਂ ਵਿਛੜਿਆ ਹੋਇਆਂ ਨੂੰ। ਤੇ ਗੁਰਮੁਖ ਪਿਆਰੇ, ਹੁਣ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਮਨੁੱਖਾ ਜਨਮ ਦਿੱਤਾ ਹੈ। ਤੇ ਇਹ ਮਨੁੱਖਾ ਜਨਮ ਦਾ ਇਹੋ ਲਾਹਾ ਹੈ ਕਿ ਅਸੀਂ ਗੁਰੂ ਧਾਰਨ ਕਰਕੇ ਉਸ ਮਾਲਕ ਦੇ ਨਾਲ ਇੱਕਮਿਕ ਹੋ ਜਾਈਏ ਜਿਸ ਮਾਲਕ ਤੋਂ ਆਪਾਂ ਵਿਛੜੇ ਸੀ। ਉਸ ਮਾਲਕ ਦੇ ਨਾਲ ਆਪਾਂ ਇੱਕਮਿਕ ਹੋਣਾ ਹੈ ਜਿਹੜਾ ਮਾਲਕ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ। ਗੁਰਮੁਖ ਪਿਆਰੋ, ਜਿਹੜਾ ਮਾਲਕ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਅਸੀਂ ਉਸ ਦੀ ਕੀਮਤ ਨਹੀਂ ਜਾਣੀ। ਅਸੀਂ ਉਸ ਮਾਲਕ ਦੀ ਕੀਮਤ ਨਹੀਂ ਜਾਣ ਸਕਦੇ ਜਿਹੜਾ ਮਾਲਕ ਸਾਨੂੰ ਹਰ ਰੋਜ਼ 24,000 ਸਵਾਸ ਦੇ ਕੇ ਜਿੰਦਾ ਰੱਖਦਾ ਹੈ। ਤੇ ਗੁਰਮੁਖੋ, ਇਹ ਜਿਹੜਾ ਖਜ਼ਾਨਾ ਹੈ, ਇਹ ਸਵਾਸਾਂ ਰੂਪੀ ਜਿਹੜਾ ਧਨ ਹੈ, ਇਹ ਸੀਮਤ ਹੈ। ਇਹ ਲਿਖਤੀ ਰੂਪ ਦੇ ਵਿੱਚ ਹੈ ਕਿ ਇਹ ਸਾਨੂੰ ਸਵਾਸ ਕਿੰਨੇ ਕੁ ਮਿਲੇ ਹੋਏ ਨੇ। ਜਿਹੜੇ ਸਾਨੂੰ ਰੋਜ਼ 24,000 ਸਵਾਸ ਮਿਲਦੇ ਨੇ, ਸਮਝੋ ਇਹ ਰੋਜ਼ ਦੇ ਸਾਡੇ ਖਜ਼ਾਨੇ ਵਿੱਚੋਂ 24,000 ਸਵਾਸ ਘਟਦੇ ਜਾ ਰਹੇ ਨੇ। ਤੇ ਜਿਸ ਦਿਨ ਇਹ ਸਵਾਸਾਂ ਦਾ ਭੰਡਾਰ ਖਤਮ ਹੋ ਗਿਆ, ਉਸ ਦਿਨ ਅਸੀਂ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਵਾਂਗੇ। ਤੇ ਗੁਰਮੁਖ ਪਿਆਰੋ, ਆਪਾਂ ਕਿੱਥੇ ਜਾਵਾਂਗੇ ਇਹ ਸਾਨੂੰ ਕੋਈ ਨਹੀਂ ਪਤਾ, ਕਿਉਂਕਿ ਅਸੀਂ ਉਸ ਚੀਜ਼ ਦਾ ਗਿਆਨ ਨਹੀਂ ਲਿਆ ਜਿੱਥੇ ਅਸੀਂ ਜਾਣਾ ਹੈ। ਉਸ ਚੀਜ਼ ਦਾ ਸਾਨੂੰ ਗਿਆਨ ਨਹੀਂ ਹੈ ਕਿ ਅਸੀਂ ਜਾਣਾ ਕਿੱਥੇ ਹੈ। ਅਸੀਂ ਤੇ ਇਸ ਚੀਜ਼ ਦਾ ਗਿਆਨ ਚੁੱਕੀ ਫਿਰਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਮਾਇਆ ਕਿੰਨਾ ਕੁ ਹੈ, ਕਿੰਨਾ ਕੁ ਧਨ ਖੱਟ ਲਿਆ ਅਸੀਂ, ਕਿੰਨਾ ਕੁ ਨੁਕਸਾਨ ਕਰ ਲਿਆ। ਲੇਕਿਨ ਅਸੀਂ ਪੈਸੇ ਦਾ ਨੁਕਸਾਨ ਤੇ ਝੱਲਦੇ ਹਾਂ, ਲੇਕਿਨ ਜਿਹੜਾ ਸਾਨੂੰ 24,000 ਸਵਾਸਾਂ ਦਾ ਨੁਕਸਾਨ ਰੋਜ਼ ਹੋ ਰਿਹਾ, ਉਸ ਬਾਰੇ ਆਪਾਂ ਨੂੰ ਕੋਈ ਖਬਰ ਨਹੀਂ ਹੈ। ਉਹ ਜਿਹੜੇ 24,000 ਸਵਾਸ ਸਾਨੂੰ ਰੋਜ਼ ਮਾਲਕ ਦੇ ਰਿਹਾ ਹੈ, ਉਸ ਦੀ ਸਾਨੂੰ ਕੀਮਤ ਨਹੀਂ ਪਤਾ। ਤੇ ਗੁਰਮੁਖ ਪਿਆਰੇ, ਉਸ ਦੀ ਕੀਮਤ ਉਦੋਂ ਪਤਾ ਲੱਗੇਗੀ ਜਿਸ ਦਿਨ ਆਪਣੇ ਕੋਲ ਇਹ ਸਰੀਰ ਖਾਲੀ ਕਰਾਇਆ ਜਾਏਗਾ। ਕਿਉਂਕਿ ਇਹ ਸਰੀਰ ਜਿਹੜਾ ਸਾਨੂੰ ਮਿਲਿਆ ਹੈ, ਇਹ ਸਾਨੂੰ ਇੱਕ ਮਕਾਨ ਮਿਲਿਆ ਹੈ ਕਿਰਾਏ ਤੇ ਰਹਿਣ ਵਾਸਤੇ, ਕੁਝ ਸਮੇਂ ਵਾਸਤੇ ਮਿਲਿਆ ਹੈ। ਤੇ ਜਿਸ ਦਿਨ ਇਹ ਸਮਾਂ ਖਤਮ ਹੋ ਗਿਆ, ਉਸ ਦਿਨ ਸਾਡੇ ਤੋਂ ਇਹ ਜਿਹੜਾ ਸਰੀਰ ਰੂਪੀ ਘਰ ਹੈ ਸਾਡੇ ਤੋਂ ਖਾਲੀ ਕਰਾਇਆ ਜਾਏਗਾ। ਤੇ ਫਿਰ ਸਾਨੂੰ ਅੱਗੇ ਦੀ ਤੇ ਕੋਈ ਜਾਣ ਪਹਿਚਾਣ ਨਹੀਂ ਹੈ, ਫਿਰ ਅੱਗੇ ਕਿੱਥੇ ਜਾਵਾਂਗੇ। ਫਿਰ ਮਹਾਰਾਜ ਕਹਿੰਦੇ ਆ ਕਿ ਤੁਸੀਂ ਫਿਰ ਜੂਨਾਂ ਦੇ ਵਿੱਚ ਜਾਓਗੇ। 84 ਲੱਖ ਜੂਨਾਂ ਦੇ ਵਿੱਚ ਅਸੀਂ ਨਿਕਲ ਕੇ ਹੁਣ ਮਨੁੱਖਾ ਜਨਮ ਦੇ ਵਿੱਚ ਆਏ ਹਾਂ। ਜੇ ਇਹ ਮਨੁੱਖਾ ਜਨਮ ਦਾ ਲਾਹਾ ਨਹੀਂ ਲਿਆ ਤੇ ਫਿਰ ਗੁਰਮੁਖੋ ਅਸੀਂ 84 ਲੱਖ ਜੂਨਾਂ ਦੇ ਵਿੱਚ ਭਟਕਦੇ ਫਿਰਾਂਗੇ। ਪਹਿਲਾਂ ਹੀ ਭਟਕਦਿਆਂ ਨੂੰ ਆਪਾਂ ਨੂੰ 4 ਯੁੱਗ ਹੋ ਗਏ ਨੇ। ਤੇ ਜੇ ਹੁਣ ਵੀ ਅਸੀਂ ਉਸ ਮਾਲਕ ਦੇ ਨਾਲ ਮਿਲ ਕੇ ਇਹ ਜਿਹੜਾ ਜੰਮਣ ਮਰਨ ਦਾ ਚੱਕਰ ਖਤਮ ਨਹੀਂ ਕੀਤਾ, ਤੇ ਗੁਰਮੁਖੋ ਸਾਡਾ ਸੰਸਾਰ ਦੇ ਉੱਪਰ ਆਇਆ ਵਿਅਰਥ ਹੈ। ਮਹਾਰਾਜ ਫਿਰ ਆਪਾਂ ਨੂੰ ਕਹਿੰਦੇ ਨੇ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪੁਚਾਰਾ ਕਰੇ ਦਿਨ ਰਾਤ। ਵੀ ਮਹਾਰਾਜ ਕਹਿੰਦੇ ਦੇਖਣ ਨੂੰ ਮਨੁੱਖ ਲੱਗਦੇ ਨੇ, ਲੇਕਿਨ ਇਹਨਾਂ ਦੇ ਕਰਤੂਤ ਜਿਹੜੀ ਹੈ, ਕੰਮ ਜਿਹੜੇ ਹੈ, ਇਹ ਪਸ਼ੂਆਂ ਤੋਂ ਵੀ ਭੈੜੇ ਨੇ। ਕਿਉਂਕਿ ਜਿਹੜਾ ਪਸ਼ੂ ਆਪਾਂ ਘਰ ਦੇ ਵਿੱਚ ਰੱਖਦੇ ਹਾਂ, ਉਸ ਨੂੰ ਆਪਾਂ ਪੱਠੇ ਪਾਉਂਦੇ ਹਾਂ ਜਾਂ ਪਾਣੀ ਦੱਸਦੇ ਹਾਂ, ਉਹਨੂੰ ਪਾਣੀ ਪਿਆਉਂਦੇ ਹਾਂ, ਲੇਕਿਨ ਉਹ ਪਸ਼ੂ ਜਿਹੜਾ ਹੈ ਆਪਣੇ ਮਾਲਕ ਦੀ ਪਹਿਚਾਣ ਰੱਖਦਾ ਹੈ। ਉਸ ਦੀ ਆਵਾਜ਼ ਦੀ ਪਹਿਚਾਣ ਹੁੰਦੀ ਹੈ ਉਸਨੂੰ, ਉਸ ਪਸ਼ੂ ਨੂੰ। ਲੇਕਿਨ ਅਸੀਂ ਤੇ ਪਸ਼ੂਆਂ ਨਾਲ ਵੀ ਭੈੜੇ ਹਾਂ। ਜਿਹੜਾ ਮਾਲਕ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਅਸੀਂ ਉਸ ਮਾਲਕ ਨੂੰ ਜਾਣਦੇ ਵੀ ਨਹੀਂ, ਉਸ ਮਾਲਕ ਦੀ ਆਵਾਜ਼ ਨੂੰ ਆਪਾਂ ਸੁਣਦੇ ਵੀ ਨਹੀਂ, ਜਿਹੜਾ ਮਾਲਕ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ। ਤੇ ਗੁਰਮੁਖ ਪਿਆਰੋ, ਇਸੇ ਕਰਕੇ ਗੁਰਬਾਣੀ ਨੇ ਸਾਨੂੰ ਕਹਿ ਦਿੱਤਾ ਵੀ ਤੁਸੀਂ ਤੇ ਪਸ਼ੂਆਂ ਤੋਂ ਵੀ ਭੈੜੇ ਹੋ। ਦੇਖਣ ਨੂੰ ਤੁਸੀਂ ਮਨੁੱਖ ਲੱਗਦੇ ਹੋ, ਲੇਕਿਨ ਤੁਹਾਡੇ ਕੰਮ ਜਿਹੜੇ ਨੇ ਉਹ ਪਸ਼ੂਆਂ ਵਾਲੇ ਨੇ। ਤੇ ਗੁਰਮੁਖ ਪਿਆਰੋ, ਇਹ ਸਾਰਾ ਕੁਝ ਤਾਂ ਹੋਏਗਾ ਜੇ ਆਪਾਂ ਗੁਰੂ ਧਾਰਨ ਕਰਾਂਗੇ। ਉਸ ਮਾਲਕ ਨੂੰ ਤਾਂ ਮਿਲਿਆ ਜਾ ਸਕਦਾ ਹੈ
ਜੇ ਆਪਾਂ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰਾਂਗੇ, ਜੇ ਆਪਾਂ ਗੁਰੂ ਵਾਲੇ ਨਹੀਂ ਬਣਦੇ, ਅਸੀਂ ਉਸ ਮਾਲਕ ਨੂੰ ਨਹੀਂ ਮਿਲ ਸਕਦੇ। ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਆ ਕਿ ਗੁਰੂ ਤੋਂ ਬਗੈਰ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਆਪਣਾ ਜੀਵਨ ਹੈ ਜਿਵੇਂ ਘੁਮਿਆਰ ਘੜਾ ਬਣਾਉਂਦਾ ਹੈ, ਉਸ ਦੇ ਵਾਸਤੇ ਖਾਲੀ ਮਿੱਟੀ ਦਾ ਇਸਤੇਮਾਲ ਨਹੀਂ ਹੁੰਦਾ, ਉਹਦੇ ਵਾਸਤੇ ਪਾਣੀ ਵੀ ਚਾਹੀਦਾ ਹੁੰਦਾ ਹੈ। ਨਾ ਤੇ ਪਾਣੀ ਤੋਂ ਬਗੈਰ ਘੜਾ ਬਣਦਾ ਹੈ, ਨਾ ਘੜੇ ਤੋਂ ਬਗੈਰ ਜਿਹੜਾ ਹੈ ਉਹ ਪਾਣੀ ਟਿਕਦਾ ਹੈ। ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਆ, ਸੱਚੇ ਪਾਤਸ਼ਾਹ ਕਿਰਪਾ ਕਰਦੇ ਕਿ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਜਿਵੇਂ ਘੜਾ ਪਾਣੀ ਤੋਂ ਬਗੈਰ ਨਹੀਂ ਬਣਦਾ ਔਰ ਪਾਣੀ ਘੜੇ ਤੋਂ ਬਗੈਰ ਨਹੀਂ ਟਿਕਦਾ, ਇਸ ਕਰਕੇ ਸਾਡੇ ਮਨ ਰੂਪੀ ਇਸ ਮਨ ਦੇ ਵਿੱਚ ਗੁਰੂ ਤੋਂ ਬਗੈਰ ਗਿਆਨ ਨਹੀਂ ਟਿਕੇਗਾ। ਜਿੰਨਾ ਚਿਰ ਆਪਾਂ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਨਹੀਂ ਕਰਦੇ, ਉਹਨਾਂ ਚਿਰ ਸਾਡੀ ਜ਼ਿੰਦਗੀ ਦੇ ਵਿੱਚ ਗਿਆਨ ਨਹੀਂ ਆਏਗਾ, ਉਸ ਮਾਲਕ ਨੂੰ ਮਿਲਣ ਦਾ ਗਿਆਨ ਨਹੀਂ ਆਏਗਾ, ਜਿੰਨਾ ਚਿਰ ਅਸੀਂ ਉਸ ਪਰਮਾਤਮਾ ਨੂੰ ਉਸ ਗੁਰੂ ਨੂੰ ਧਾਰਨ ਨਹੀਂ ਕਰਦੇ। ਜ਼ਿੰਦਗੀ ਦੇ ਵਿੱਚ ਜੇ ਆਪਾਂ ਗੁਰੂ ਧਾਰਨ ਨਹੀਂ ਕੀਤਾ ਤੇ ਗੁਰਮੁਖੋ ਸਾਡਾ ਜਨਮ ਇਸ ਸੰਸਾਰ ਦੇ ਉੱਪਰ ਆਇਆ ਹੋਇਆ ਵਿਅਰਥ ਹੈ। ਇਸ ਕਰਕੇ ਮਹਾਰਾਜ ਆਪਾਂ ਨੂੰ ਦੱਸਦੇ ਆ ਕਿ ਤੁਸੀਂ ਜੇ ਮਾਲਕ ਨੂੰ ਮਿਲਣਾ ਹੈ ਤੇ ਫਿਰ ਗੁਰੂ ਦਾ ਸਹਾਰਾ ਲੈ ਕੇ ਮਿਲਿਆ ਜਾ ਸਕਦਾ ਹੈ। ਜੇ ਗੁਰੂ ਦਾ ਸਹਾਰਾ ਨਹੀਂ ਲੈਂਦੇ ਵੇ, ਫਿਰ ਤੁਸੀਂ ਉਸ ਮਾਲਕ ਨੂੰ ਨਹੀਂ ਮਿਲ ਸਕਦੇ। ਮਹਾਰਾਜ ਕਹਿੰਦੇ ਸਾਰੀ ਦੁਨੀਆ ਕਹਿੰਦੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਬਿਲਕੁਲ ਸਾਡੇ ਨੇੜੇ ਹੈ, ਸਾਡੇ ਅੰਦਰ ਹੈ, ਲੇਕਿਨ ਮਹਾਰਾਜ ਕਹਿੰਦੇ ਕਿਸੇ ਨੇ ਦੇਖਿਆ ਨਹੀਂ। ਕਿਉਂ ਨਹੀਂ ਦੇਖਿਆ? ਕਿਉਂਕਿ ਗੁਰੂ ਨੇ ਧਾਰਨ ਕੀਤਾ। ਜੇ ਗੁਰੂ ਧਾਰਨ ਕਰਾਂਗੇ ਤੇ ਗੁਰੂ ਕਿਰਪਾ ਕਰੇਗਾ ਤੇ ਆਪਾਂ ਨੂੰ ਦਿਖਾਏਗਾ। ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਕਿੱਥੇ ਬੈਠਾ ਹੈ, ਉਹ ਆਪਾਂ ਨੂੰ ਗੁਰੂ ਦਿਖਾਏਗਾ ਤੇ ਉਹ ਆਪਾਂ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਨਹੀਂ ਕਰਦੇ। ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਦਿੰਦੇ ਆ। ਮਹਾਰਾਜ ਕਹਿੰਦੇ ਆ ਕਿ ਨਿਕਟ ਸੁਣਿਓ ਔਰ ਪੇਖਿਓ ਨਾਹੀ, ਵੀ ਸੁਣਦੇ ਤੇ ਹਾਂ ਕਿ ਮਾਲਕ ਨੇੜੇ ਹੈ, ਪਰ ਕਦੇ ਦੇਖਿਆ ਨਹੀਂ ਹੈ। ਮਹਾਰਾਜ ਕਹਿੰਦੇ ਨਿਕਟ ਸੁਣਿਓ ਔਰ ਪੇਖਿਓ ਨਾਹੀ, ਭਰਮ ਭਰਮ ਦੁੱਖ ਭਰੀਐ, ਹੋਏ ਕਿਰਪਾਲ ਗੁਰ ਲਾਇਓ ਭਾਰ ਦੋ, ਮਿਲਿਓ ਲਾਲ ਮਨ ਹਰੀਐ। ਵੀ ਜਿਵੇਂ ਆਪਾਂ ਸਾਰਿਆਂ ਤੋਂ ਸੁਣਦੇ ਸੀ ਕਿ ਮਾਲਕ ਨੇੜੇ ਹੈ, ਲੇਕਿਨ ਅਸੀਂ ਦੇਖਿਆ ਨਹੀਂ। ਫਿਰ ਦੇਖਿਆ ਕਦੋਂ? ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕੀਤਾ। ਜਦੋਂ ਉਸ ਮਾਲਕ ਦੀ, ਉਸ ਗੁਰੂ ਦੀ ਸ਼ਰਨ ਵਿੱਚ ਗਏ ਤੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ। ਸਾਡਾ ਉਹ ਕੂੜ ਦੀ ਪਾਲ ਜਿਹੜੀ ਹੈ, ਉਹ ਪਰਦਾ ਜਿਹੜਾ ਸੀ ਸਾਡੇ ਵਿੱਚੋਂ ਦੇ ਮਾਲਕ ਦੇ ਵਿੱਚੋਂ ਹਟਾ ਦਿੱਤਾ, ਜਿਸ ਪਰਦੇ ਕਰਕੇ ਅਸੀਂ ਮਾਲਕ ਨੂੰ ਨਹੀਂ ਸੀ ਦੇਖਦੇ। ਇਸ ਕਰਕੇ ਮਹਾਰਾਜ ਕਹਿੰਦੇ ਕਿ ਜਦੋਂ ਗੁਰੂ ਕਿਰਪਾ ਕਰਦਾ ਹੈ, ਗੁਰੂ ਦਿਆਲ ਸਾਡੇ ਤੇ ਹੋ ਜਾਵੇ ਤੇ ਫਿਰ ਉਹ ਇਸ ਕੂੜ ਦੇ ਪਾਲ ਨੂੰ ਤੋੜ ਦਿੰਦਾ ਹੈ, ਇਸ ਭਰਮ ਦੇ ਪਰਦੇ ਨੂੰ ਤੋੜ ਦਿੰਦਾ ਹੈ, ਜਿਹੜਾ ਭਰਮ ਅਸੀਂ ਆਪਣੇ ਮਨਾਂ ਦੇ ਵਿੱਚ ਪਾਲ ਕੇ ਬੈਠੇ ਹੋਏ ਹਾਂ। ਇਸ ਭਰਮ ਨੂੰ ਆਪਾਂ ਆਪਣੇ ਮਨਾਂ ਦੇ ਵਿੱਚੋਂ ਕੱਢਾਂਗੇ, ਫਿਰ ਸੱਚ ਦੇ ਸਨਮੁਖ ਹੋਵਾਂਗੇ, ਫਿਰ ਸੱਚ ਦਾ ਗਿਆਨ ਸਾਨੂੰ ਆਏਗਾ, ਫਿਰ ਉਸ ਸੱਚ ਨੂੰ ਆਪਾਂ ਦੇਖ ਸਕਾਂਗੇ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਕਿਉਂਕਿ ਗੁਰਮੁਖੋ ਅਸੀਂ ਸੱਚ ਚੋਂ ਪੈਦਾ ਹੋਏ ਹਾਂ ਤੇ ਅਸੀਂ ਉਸ ਸੱਚ ਨੂੰ ਮਿਲ ਕੇ ਹੀ ਉਹਦੇ ਵਿੱਚ ਇੱਕਮਿਕ ਹੋ ਸਕਦੇ ਹਾਂ। ਜੇ ਆਪਾਂ ਉਸ ਸੱਚ ਨੂੰ ਨਹੀਂ ਮਿਲਦੇ, ਫਿਰ ਗੁਰਮੁਖੋ ਆਪਣਾ ਇਸ ਸੰਸਾਰ ਦੇ ਉੱਪਰ ਜਿਹਾ ਆਇਆ ਜਿਹਾ ਨਹੀਂ ਆਇਆ। ਕਿਉਂਕਿ ਜਿਸ ਕਰਮ ਵਾਸਤੇ ਅਸੀਂ ਆਏ ਸੀ, ਉਹ ਕਰਮ ਤੇ ਆਪਾਂ ਨੇ ਕੀਤਾ ਨਹੀਂ, ਤੇ ਆਪਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਕਰਮ ਕਰ ਲਏ ਆ ਕਿ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੈ, ਤੇ ਉਹ ਕਰਮ ਨੂੰ ਆਪਾਂ ਭੁੱਲ ਗਏ ਜਿਸ ਕਰਮ ਵਾਸਤੇ ਅਸੀਂ ਇਸ ਸੰਸਾਰ ਦੇ ਵਿੱਚ ਆਏ ਸੀ। ਤੇ ਗੁਰਮੁਖ ਪਿਆਰੋ, ਆਪਾਂ ਨੂੰ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਜਿਸ ਕਾਰਜ ਵਾਸਤੇ ਆਏ ਆ ਉਹ ਕਾਰਜ ਆਪਾਂ ਕਰ ਲਈਏ।
ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ, ਇਸ ਸਵਾਸਾਂ ਦੀ ਲੜੀ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਉਸ ਮਾਲਕ ਦੇ ਨਾਲ ਆਪਣਾ ਮਿਲਾਪ ਕਰ ਲਈਏ। ਜਿੱਥੇ ਜਾ ਕੇ ਅਸੀਂ ਬਸਣਾ ਹੈ, ਉਹ ਥਾਂ ਅਸੀਂ ਦੇਖ ਲਈਏ ਜਿੱਥੇ ਮਰਨ ਤੋਂ ਬਾਅਦ ਆਪਾਂ ਜਾਣਾ ਹੈ। ਮਹਾਰਾਜ ਕਹਿੰਦੇ ਕਿ ਜੇ ਤੂੰ ਉਹ ਥਾਂ ਨਹੀਂ ਦੇਖੀ ਤੇ ਫਿਰ ਜਾਏਗਾ ਕਿੱਥੇ? ਜਦੋਂ ਸਰੀਰ ਛੱਡ ਕੇ ਜਾਏਗਾ ਫਿਰ ਅੱਗੇ ਤਾਂ ਦੇਖਿਆ ਨਹੀਂ ਤੇ ਫਿਰ ਜੂਨਾਂ 'ਚ ਜਾਏਗਾ। ਇਸ ਕਰਕੇ ਮਹਾਰਾਜ ਆਪਾਂ ਨੂੰ ਗੁਰਬਾਣੀ ਵਿੱਚ ਗਿਆਨ ਦਿੰਦੇ ਆ, ਕਿਰਪਾ ਕਰਦੇ ਆ ਕਿ ਜਿੱਥੇ ਜਾਏ ਤੁਧ ਵਸਣਾ, ਤਿਤ ਜੀਵਨ ਦਿਆ ਮਰ ਮਾਰ। ਮਹਾਰਾਜ ਕਹਿੰਦੇ ਵੀ ਜਿੱਥੇ ਜਾ ਕੇ ਤੂੰ ਬਸਣਾ ਹੈ, ਉੱਥੇ ਜੀਂਦੇ ਜੀ ਮਾਰ ਮਾਰ ਲੈ। ਜਾਣੀ ਕਿ ਉਹ ਜੀਂਦੇ ਜੀ ਥਾਂ ਦੇਖ ਜਿੱਥੇ ਜਾ ਕੇ ਤੂੰ ਬਸਣਾ ਹੈ। ਤੇ ਗੁਰਮੁਖ ਪਿਆਰਿਓ, ਆਪਾਂ ਨੂੰ ਉਹ ਥਾਂ ਦਾ ਨਹੀਂ ਪਤਾ ਜਿੱਥੇ ਜਾ ਕੇ ਅਸੀਂ ਮਰਨ ਤੋਂ ਬਾਅਦ ਜਾਣਾ ਹੈ। ਇਸ ਕਰਕੇ ਆਪਾਂ ਸਾਰੇ ਹੀ ਜੀਵ, ਜਿੰਨੀ ਵੀ ਸੰਗਤ ਸੁਣ ਰਹੀ ਹੈ, ਤੇ ਗੁਰਮੁਖ ਪਿਆਰਿਓ, ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਜ਼ਰੂਰ ਕਰੋ, ਗੁਰੂ ਵਾਲੇ ਜ਼ਰੂਰ ਬਣੋ। ਕਿਉਂਕਿ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਆ ਕਿ ਨਗੁਰੇਗਾ ਹੈ ਨਾਉ ਬੁਰਾ। ਜਿਹੜਾ ਗੁਰੂ ਤੋਂ ਬਗੈਰ ਹੈ ਉਹਦਾ ਤੇ ਨਾਂ ਵੀ ਬੜਾ ਬੁਰਾ ਹੈ। ਇਸ ਕਰਕੇ ਗੁਰੂ ਪਿਆਰਿਓ, ਸਾਰਿਆਂ ਜੀਵਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਉਸ ਗੁਰੂ ਦੇ ਨਾਲ ਆਪਣੀ ਜ਼ਿੰਦਗੀ ਸਵਾਰੋ, ਗੁਰੂ ਜ਼ਿੰਦਗੀ ਦੇ ਵਿੱਚ ਧਾਰਨ ਕਰੋ, ਔਰ ਫਿਰ ਉਸ ਮਾਲਕ ਦੇ ਨਾਲ ਮਿਲਾਪ ਹੋਏਗਾ। ਕਿਉਂਕਿ ਉਹ ਜਿਹੜਾ ਕੂੜ ਦਾ ਪੜਦਾ ਹੈ, ਜਿਹੜੀ ਇਹ ਝੂਠ ਦੀ ਦੀਵਾਰ, ਮਾਇਆ ਦੀ ਦੀਵਾਰ ਸਾਡੇ ਵਿੱਚ ਔਰ ਮਾਲਕ ਦੇ ਵਿੱਚ ਪੈ ਗਈ ਹੈ, ਇਸ ਦੀਵਾਰ ਨੂੰ ਤੋੜਨ ਵਾਸਤੇ ਗੁਰੂ ਸਾਡੀ ਮਦਦ ਕਰੇਗਾ। ਤੇ ਗੁਰਮੁਖ ਪਿਆਰਿਓ, ਸਾਰੇ ਜੀਵ, ਸਾਰੇ ਹੀ ਜੀਵਾਂ ਨੇ ਆਪਾਂ ਨੇ ਗੁਰੂ ਨੂੰ ਮਿਲ ਕੇ ਉਸ ਸੱਚ ਨੂੰ ਮਿਲਣਾ ਹੈ। ਕਿਉਂਕਿ ਗੁਰੂ ਦੀ ਉਂਗਲ ਫੜ ਕੇ ਆਪਾਂ ਤੁਰਾਂਗੇ ਤੇ ਫਿਰ ਉਸ ਮਾਲਕ ਤੱਕ ਪੁੱਜਾਂਗੇ। ਜੇ ਆਪਾਂ ਗੁਰੂ ਦੀ ਉਂਗਲ ਨਹੀਂ ਫੜੀ ਤੇ ਫਿਰ ਉਸ ਮਾਲਕ ਤੱਕ ਵੀ ਨਹੀਂ ਪੁੱਜ ਸਕਾਂਗੇ। ਸੋ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰਮੰਤਰ ਦਾ ਜਾਪ ਕਰੋ, ਵਾਹਿਗੁਰੂ ਮੰਤਰ ਦਾ ਜਾਪ ਕਰਿਆ ਕਰੋ, ਔਰ ਉਸ ਮਾਲਕ ਨੂੰ ਮਿਲਣ ਦੀ ਮਨ ਦੇ ਵਿੱਚ ਇੱਛਾ ਰੱਖੋ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਔਰ ਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।